ਹੈਲੋ ਸਟੂਡੈਂਟ। ਸੋ ਥੋੜਾ ਨੈਕਸਟ ਟੌਪਿਕ ਹੈਗਾ ਰੋਟੇਸ਼ਨਲ ਆਫ ਐਕਸਿਸ। ਹੁਣ ਤੁਸੀਂ ਐਕਸਿਸ ਨੂੰ ਰੋਟੇਟ ਕਰਨਾ। ਪਹਿਲਾਂ ਕਿਸੇ ਓਰੀਜਨ ਸ਼ਿਫਟ ਕਰਿਆ ਬਟ ਆਪਾਂ ਨੇ ਜਿਹੜੀ ਐਕਸਿਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਸੀਗੀ। ਹੁਣ ਤੁਸੀਂ ਕੀ ਕਰਨਾ ਆ, ਰੋਟੇਸ਼ਨ ਆਫ ਐਕਸਿਸ ਮਤਲਬ ਕਿ ਤੁਹਾਡੀਆਂ ਐਕਸਿਸ ਰੋਟੇਟ ਹੋਣਗੀਆਂ। ਸੋ ਦੇਖੋ, ਚੇਂਜ ਦਾ ਡਾਇਰੈਕਸ਼ਨ ਆਫ ਦਾ ਐਕਸਿਸ ਵਿਦਾਊਟ ਚੇਂਜਿੰਗ ਦਾ ਓਰੀਜਨ। ਪਹਿਲੇ ਤੁਸੀਂ ਕੀ ਕੀਤਾ, ਪਿਛਲੇ ਲੈਕਚਰ ਦੇ ਵਿੱਚ ਓਰੀਜਨ ਚੇਂਜ ਕੀਤਾ ਬਟ ਐਕਸਿਸ ਅਸੀਂ ਨਹੀਂ ਚੇਂਜ ਕੀਤੇ। ਹੁਣ ਐਕਸਿਸ 'ਚ ਚੇਂਜ ਕਰ ਰਹੇ ਹੋ, ਕਹਿੰਦੇ ਓਰੀਜਨ ਨੂੰ ਨਹੀਂ ਛੇੜਨਾ ਆਪਾਂ ਨੇ। ਬੋਥ ਦਾ ਸਿਸਟਮ ਬੀਇੰਗ ਰੈਗੂਲਰ। ਹਾਂਜੀ, ਓਰੀਜਨ ਤੁਹਾਡਾ ਕੀ ਆ, ਇੱਧਰ ਪਿਆ ਤੁਹਾਡੇ ਕੋਲ। ਦੇਖੋ, ਚੇਂਜ ਦਾ ਡਾਇਰੈਕਸ਼ਨ ਆਫ ਦਾ ਐਕਸਿਸ, ਐਕਸਿਸ ਦੀ ਡਾਇਰੈਕਸ਼ਨ ਚੇਂਜ, ਐਕਸ ਡੈਸ਼ ਇੱਧਰ ਆ ਗਈ, ਸੌਰੀ ਵਾਈ ਡੈਸ਼ ਇੱਧਰ ਚਲੇ ਗਈ, ਐਕਸ ਡੈਸ਼ ਇੱਧਰ ਆ ਗਈ। ਓਰੀਜਨ ਤੁਹਾਡਾ ਉੱਥੇ ਹੀ ਪਿਆ ਹੈ। ਓਕੇ, ਸੋ ਲੈਟ ਓ ਐਕਸ ਐਂਡ ਓ ਵਾਈ ਬੀ ਦਾ ਓਰੀਜਨਲ ਐਕਸਿਸ। ਉਹ ਤਾਂ ਸਾਨੂੰ ਪਤਾ ਹੈ, ਪਿੱਛੇ ਵੀ ਅਸੀਂ ਕੀ ਕੀਤਾ ਸੀ, ਓ ਐਕਸ ਤੇ ਓ ਵਾਈ ਓਰੀਜਨਲ ਐਕਸਿਸ ਐਂਡ ਓ ਡੈਸ਼ ਤੇ ਓ ਵਾਈ ਕੀ ਸੀਗੇ, ਨਿਊ ਕੋਆਰਡੀਨੇਟ। ਸੋ ਇਹ ਬੀਇੰਗ ਦਾ ਨਿਊ ਐਕਸਿਸ ਓਬਟੇਨਡ ਫਰੋਮ ਦਾ ਓਰੀਜਨਲ ਐਕਸਿਸ ਆਫਟਰ ਰੋਟੇਟਿੰਗ। ਅਗਰ ਉਹਨਾਂ ਨੂੰ ਰੋਟੇਟ ਕੀਤਾ ਆ, ਕੋਈ ਨਾ ਕੋਈ ਤਾਂ ਐਂਗਲ ਹੋਊਗਾ ਜਿਹਦੇ ਉੱਤੇ ਤੁਸੀਂ ਰੋਟੇਟ ਕੀਤਾ ਉਸ ਚੀਜ਼ ਨੂੰ। ਠੀਕ ਹੈ ਜੀ। ਸੋ ਐਂਗਲ ਕੀ ਮੰਨ ਲਿਆ, ਥੀਟਾ। ਐਕਸ ਡੈਸ਼, ਐਕਸ ਔਰ ਵਾਈ ਕੋਆਰਡੀਨੇਟ ਹੋ ਗਏ ਪੀ ਦੇ, ਆਹ ਵਾਲੇ ਤੁਹਾਡੇ ਕੋਲ ਜਿਹੜੀ ਪਹਿਲੀ ਤੁਹਾਡੇ ਕੋਲ, ਐਂਡ ਐਕਸ ਡੈਸ਼ ਤੇ ਵਾਈ ਡੈਸ਼ ਹੋ ਗਏ ਰੈਫਰ ਟੂ ਨਿਊ ਐਕਸਿਸ। ਫਰੋਮ ਪੀ ਇੱਕ ਡਰॉ ਪੀ ਐਮ ਇਜ਼ ਪਰਪੈਂਡੀਕੂਲਰ, ਪੀ ਐਮ ਇਜ਼ ਪਰਪੈਂਡੀਕੂਲਰ ਟੂ ਓ ਐਕਸ ਐਂਡ ਪੀ ਐਨ ਇਜ਼ ਪਰਪੈਂਡੀਕੂਲਰ ਟੂ ਓ ਐਕਸ ਡੈਸ਼। ਕਿਉਂਕਿ ਰੋਟੇਟ ਹੋ ਗਏ ਨਾ, ਹੁਣ ਤੁਹਾਡੇ ਕੋਲ ਐਕਸ ਔਰ ਵਾਈ ਦੇ ਲਈ ਤੁਹਾਡੇ ਕੋਲ ਆਹ ਵਾਲਾ ਗ੍ਰਾਫ ਬਣ ਰਿਹਾ। ਕੱਲੀ ਸੌਰੀ ਐਕਸ ਡੈਸ਼ ਤੇ ਵਾਈ ਡੈਸ਼ ਆਹ ਵਾਲਾ ਹੋ ਗਿਆ, ਅਤੇ ਐਕਸ ਔਰ ਵਾਈ ਜਿਹੜੀ ਪੁਰਾਣੀ ਹੈ ਉਹ ਆਹ ਵਾਲੀ ਹੋ ਗਈ। ਸੋ ਐਕਸ ਡੈਸ਼ ਦੇ ਉੱਪਰ ਤੁਹਾਡੇ ਕੋਲ ਕੀ ਆ ਗਿਆ, ਪੀ ਐਨ ਪਰਪੈਂਡੀਕੂਲਰ। ਐਨ ਐਲ, ਐਨ ਐਲ ਕਿਹਦੇ ਪਰਪੈਂਡੀਕੂਲਰ ਹੋ ਗਿਆ, ਓ ਐਕਸ ਦੇ। ਐਨ ਕੇ ਕਿਹਦੇ ਪਰਪੈਂਡੀਕੂਲਰ ਹੋ ਗਿਆ, ਐਮ ਪੀ ਦੇ। ਓਕੇ, ਐਮ ਪੀ। ਸੋ ਓ ਐਮ ਦੀ ਵੈਲਿਊ ਕਿੰਨੀ ਆ, ਐਕਸ। ਐਮ ਪੀ ਦੀ ਵੈਲਿਊ ਕਿੰਨੀ ਆ, ਵਾਈ। ਓ ਐਨ ਦੀ ਵੈਲਿਊ ਕਿੰਨੀ ਆ, ਐਕਸ ਡੈਸ਼। ਸੋ ਐਨ ਪੀ ਦੀ ਵੈਲਿਊ ਕਿੰਨੀ ਆ, ਵਾਈ ਡੈਸ਼। ਐਂਗਲ ਕੀ ਆ ਤੁਹਾਡੇ ਕੋਲ, ਥੀਟਾ। ਸੋ ਐਕਸ ਓ ਐਮ ਇਜ਼ ਇਕੁਅਲਸ ਟੂ ਓ ਐਲ ਮਾਈਨਸ ਐਮ ਐਲ, ਓ ਐਲ ਮਾਈਨਸ ਐਮ ਐਲ। ਓ ਐਮ ਆ ਪਿਆ ਤੁਹਾਡੇ ਕੋਲ, ਓ ਐਲ ਦੇ ਵਿੱਚੋਂ ਐਮ ਐਲ ਮਾਈਨਸ ਕਰ ਦਿਓ, ਕੀ ਬਚ ਜੂਗਾ, ਓ ਐਲ। ਨੈਕਸਟ ਫਿਰ ਅੱਗੇ ਕੀ ਕਰ ਰਹੇ ਹੋ ਹੁਣ ਤੁਸੀਂ, ਐਮ ਐਲ ਆ ਹੈਗਾ, ਐਮ ਐਲ ਇਹਦੇ ਬਰਾਬਰ ਕੀ ਹੈ, ਕੇ ਐਨ। ਐਮ ਐਲ ਇਜ਼ ਇਕੁਅਲਸ ਟੂ ਕੇ ਐਨ, ਫਿਲ ਕਰਤਾ। ਸੋ ਪਹਿਲੇ ਨੂੰ ਓ ਐਲ ਰੋਟੇਟ ਕਿਹੜੀ ਐਕਸਿਸ ਨਾਲ ਹੋਇਆ, ਓ ਐਨ ਦੇ ਨਾਲ। ਸੋ ਮਲਟੀਪਲਾਈ ਐਂਡ ਡਿਵਾਈਡ ਬਾਈ ਓ ਐਨ। ਨੈਕਸਟ ਆ ਰਿਹਾ ਕੇ ਐਨ, ਕੇ ਐਨ। ਸੋ ਇਹਦੀ ਐਕਸਿਸ ਕਿਹੜੀ ਆ, ਆਹ ਬੇਸ ਦੀ, ਆਹ ਬੇਸ ਆਹ ਵਾਲੀ, ਆਹ ਬੇਸ ਆਹ ਵਾਲੀ ਐਕਸਿਸ, ਐਨ ਪੀ ਦੇ ਨਾਲ ਮਲਟੀਪਲਾਈ ਡਿਵਾਈਡ। ਸੋ ਬੇਸ ਇੰਟੂ ਪੰਡਿਤ ਬਦਰੀ ਪ੍ਰਸ਼ਾਦ ਵਾਲਾ ਫਾਰਮੂਲਾ ਲੱਗਿਆ, ਓ ਐਲ ਓਵਰ ਓ ਐਨ। ਓ ਐਲ ਆ ਪਿਆ ਅਤੇ ਓ ਐਨ ਹਾਈਪਰਟਨਿਊਜ਼ ਓਵਰ ਬੇਸ। ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ, ਇਹੀ ਹੁੰਦਾ ਨਾ, ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ। ਬੇਸ ਓਵਰ ਹਾਈਪਰਟਨਿਊਜ਼ ਕੀ ਹੁੰਦਾ, ਕੋਸ ਥੀਟਾ। ਓ ਐਲ ਕੀ ਆ, ਬੇਸ। ਹਾਈਪਰਟਨਿਊਜ਼ ਕੀ ਆ, ਓ ਐਨ ਕੋਸ ਥੀਟਾ। ਐਂਡ ਸੇਮ ਪੀ ਓਵਰ ਐਚ ਸਾਈਨ ਥੀਟਾ। ਸੇਮ ਪ੍ਰੋਸੈਸ ਵਾਈ ਦੇ ਲਈ ਕਰਨਾ ਹੈ। ਉਸ ਕਰਨ ਤੋਂ ਬਾਅਦ ਤੁਹਾਡੇ ਕੋਲ ਆ ਚੀਜ਼ ਬਣ ਜਾਂਦੀ ਹੈ। ਅਤੇ ਇਸ ਟਰਮ ਆਹ ਵਾਲੀਆਂ ਐਕਸ ਔਰ ਵਾਈ ਟਰਮ ਨੂੰ ਕਾਹ 'ਚ ਐਕਸਪ੍ਰੈਸ ਕਰਤਾ, ਐਕਸ ਡੈਸ਼, ਇੱਥੇ ਐਕਸ ਡੈਸ਼ ਵੀ ਲੱਗਣਾ, ਅਤੇ ਵਾਈ ਡੈਸ਼ ਦੇ ਵਿੱਚ। ਇਹ ਹੋ ਗਈ ਤੁਹਾਡੀ ਰੋਟੇਸ਼ਨ ਆਫ ਐਕਸਿਸ। ਇਹਨਾਂ ਨੂੰ ਯਾਦ ਕਿੱਦਾਂ ਰੱਖਣਾ ਤੁਸੀਂ ਵੈਲਿਊਜ਼ ਨੂੰ, ਇੱਦਾਂ ਇੱਕ ਟੇਬਲ ਬਣਿਆ ਹੋਇਆ ਤੁਹਾਡੀ ਬੁੱਕ ਦੇ ਵਿੱਚ, ਨਿਊ ਐਂਡ ਓਲਡ ਦਾ। ਨਿਊ ਐਂਡ ਓਲਡ, ਐਕਸ ਡੈਸ਼ ਵਾਈ ਡੈਸ਼, ਐਕਸ ਐਂਡ ਵਾਈ। ਐਕਸ ਇਜ਼ ਇਕਵਲਸ ਟੂ ਐਕਸ ਡੈਸ਼ ਕੋਸ ਥੀਟਾ ਮਾਈਨਸ ਵਾਈ ਡੈਸ਼ ਸਾਈਨ ਥੀਟਾ। ਵਾਈ ਇਜ਼ ਇਕਵਲ ਟੂ ਐਕਸ ਡੈਸ਼ ਸਾਈਨ ਥੀਟਾ ਪਲੱਸ ਵਾਈ ਡੈਸ਼ ਕੋਸ ਥੀਟਾ। ਇਹ ਤੁਹਾਡੇ ਕੋਲ ਟਰਮ ਬਣ ਗਈ। ਅਗਰ ਤੁਹਾਡੇ ਕੋਲ ਸ਼ਿਫਟਡ ਰੀਜਨ ਗਿਵਨ ਆ ਤਾਂ ਐਚ ਔਰ ਕੇ ਤੁਹਾਡੇ ਕੋਲ ਐਡ ਹੋ ਜਾਣਗੇ। ਅੱਗੇ ਤੁਸੀਂ ਅਗਰ ਥੀਟਾ ਗਿਵਨ ਆ, ਉਹਦੇ ਲਈ ਤੁਹਾਡੇ ਕੋਲ ਆਰਟੀਕਲ ਆ, ਸੇਮ ਆਰਟੀਕਲ ਆ, ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ, ਸਿੰਪਲ ਆ। ਇਕੁਏਸ਼ਨ ਤੁਹਾਡੇ ਕੋਲ ਦਿੱਤੀ ਹੋਈ ਆ, ਇਕੁਏਸ਼ਨ ਦੇ ਵਿੱਚ ਤੁਸੀਂ ਜੋ ਉੱਪਰ ਹੁਣੇ ਪੁਆਇੰਟ ਫਾਈਂਡ ਆਊਟ ਕਰਕੇ ਐਕਸ ਔਰ ਵਾਈ ਉਹ ਲੈਣੇ ਆਪਾਂ ਨੇ। ਸੋ ਐਕਸ ਡੈਸ਼ ਅਤੇ ਵਾਈ ਡੈਸ਼ ਨਿਊ, ਅਤੇ ਆਹ ਹੋ ਗਏ ਤੁਹਾਡੇ ਕੋਲ ਓਲਡ। ਐਕਸ ਔਰ ਵਾਈ ਦੀ ਵੈਲਿਊ ਇਹਦੇ ਵਿੱਚ ਪੁੱਟ ਕਰ ਦਿਓ। ਕਟਿੰਗ ਕਰਨ ਤੋਂ ਬਾਅਦ ਤੁਹਾਡੇ ਕੋਲ ਕੋਫੀਸ਼ੀਐਂਟ ਆਫ ਐਕਸ ਵਾਈ ਪਿੱਛੇ ਤੁਸੀਂ ਕਰਕੇ ਕੀ ਹੁੰਦੇ ਆ, ਵੈਨਿਸ਼। ਸੋ ਉਹਦੀ ਇਕੁਅਲਸ ਟੂ ਵੈਨਿਸ਼ ਰੱਖ ਕੇ ਉੱਥੇ ਥੀਟੇ ਦੀ ਵੈਲਿਊ ਕੱਢ ਲੈਣੀ ਆ। ਥੀਟੇ ਦੀ ਵੈਲਿਊ ਕੱਢਣ ਤੋਂ ਬਾਅਦ ਤੁਹਾਡੇ ਕੋਲ ਰਿਜ਼ਲਟ ਆ ਜਾਣਾ ਹੈ। ਠੀਕ ਹੈ ਜੀ। ਸੋ ਇਹਦੇ ਨਾਲ ਹੀ ਤੁਸੀਂ ਫਸਟ ਐਗਜ਼ਾਮਪਲ ਦੇਖੋਗੇ, ਫਾਈਂਡ ਦਾ ਕੋਆਰਡੀਨੇਟ ਆਫ ਦਾ ਪੁਆਇੰਟ -2 ਕੋਆਰਡੀਨੇਟ ਆਫ ਦਾ ਪੁਆਇੰਟ। ਕੋਆਰਡੀਨੇਟ ਗਿਵਨ ਹੈ, ਐਕਸ ਇਜ਼ ਰੋਟੇਟਡ ਥਰੂ 30 ਡਿਗਰੀ। ਓਕੇ, ਕੀ ਕਹਿ ਰਿਹਾ ਕੁਐਸਚਨ ਸਮਝੋ। ਫਾਈਂਡ ਦਾ ਕੋਆਰਡੀਨੇਟ ਆਫ ਦਾ ਪੁਆਇੰਟ ਦੇ ਦਿੱਤੇ। ਉਸ ਤੋਂ ਬਾਅਦ ਪੁਆਇੰਟ ਦੇਣ ਤੋਂ ਬਾਅਦ ਕੀ ਹੋ ਰਿਹਾ, ਐਕਸਿਸ ਚੇਂਜ ਹੋ ਰਹੀ ਆ, ਰੋਟੇਟਡ ਥਰੂ ਦਾ ਐਕਸਿਸ ਜਿਹੜੇ ਪੁਆਇੰਟ 'ਤੇ ਰੋਟੇਟਡ ਥਰੂ ਦਾ 30 ਡਿਗਰੀ।
इन्हां पॉइंट ने रोटेटेड थ्रू द 30 डिग्री। सो हुण आपां कोल जिहड़े ये पॉइंट ने पहले आह वाले पॉइंट दिते उस तो बाद रोटेट हो रही है, इट मीनस ये हो गए ओल्ड पॉइंट्स एक्स और वाई। इत्थे हुण आपां यूज़ कर रहे हैं कैपीटल एक्स और स्मॉल, जिहड़ा स्मॉल एक्स प्रीवियस हो गया मतलब ओल्ड, तो कैपीटल एक्स में तुसीं एक्स डैश लिख लो, वाई डैश लिख लो, कोई प्रॉब्लम नहीं हैगी। हाँ जी, वैल्यू -2x की जगह एक्स उदा ही एंगल कितना है cos 30 पुट करता -y sin 30। इत्थे तुहाडे कोल बुक च मिसटेक है 45 है, इत्थे 30 कर लियो। इनू सॉल्व करो जी, -2 वैल्यूज पुट करतियाँ, 2 जो इधर गया इधर एलसीएम लत्ता इधर चले गया -4 √3x - y = -4। सेम प्रोसैस फॉर y दे लई इक्वेशन बन गई। हाँ जी, y यूजिंग 23 मैथड, सबस्टिट्यूशन मैथड, एलिमिनेशन मैथड, वी फाइंड द वैल्यूज़ ऑफ x एंड y। ठीक है जी, जी मर्जी वो कर लो जां वो नहीं करना है, तुसीं डायरैक्ट इत्थों भी मल्टीप्लाई आ इक्वेशन पई है तुहाडे कोल सैकेंड है ना, सैकेंड इक्वेशन ना मल्टीप्लाई 2 बाय √3 एंड सबस्टिट्यूटिंग इट्स फर्स्ट, जिद्दां मर्जी कर लो जो थोड़ा मैथड सही लगता। सॉल्व करने तो बाद तुहाडे कोल एक्स ते वाई दे पॉइंट आ जाने, ये तुहाडे कोल की हो जाऊगा रिक्वायर्ड पॉइंट जो उन्होंने पूछे हुए हैं। सो नैक्सट एग्जाम्पल हैगी आ ट्रांसफॉर्म टू एक्सिस इनक्लाइंड एट 45 डिग्री ओरिजिनल एक्सिस ऑफ द इक्वेशन देती थोनू, कहने ट्रांसफॉर्म इक्वेशन जो होगी तुसीं पता करनी है किहड़े एंगल से ट्रांसफर हो रही है 45 पे। चलो जी देखो फिर किवें करनी है। इक्वेशन कितनी है तुहाडे कोल गिवन दिती हुई है, थीटा देता। सो पहला जो आप हुणे पिछे करके आए रोटेशनल रोटेट कर रहे हैं ना, ट्रांसफर होगी रोटेट हो गए, एक्स की वैल्यू लिखी वो अपने वैल्यू थीटे की वैल्यू करती अपने को इक्वेशन आ गई, वाई लिखिया वाई दे विच थीटे की वैल्यू फिल करती इक्वेशन आ गई। सो एक्स और वाई की गिवन इक्वेशन पुट कर दो, गिवन इक्वेशन पुट करने तो बाद उन्होंने सॉल्व करके थोड़ी की इक्वेशन बन जूगी। उस इक्वेशन बनने तो बाद आ देखो इनू A² + B² 2AB तो इत्थे भी A² + B² 2AB कनैक्ट करके आप सॉल्व करके आंसर आ जाऊगा।